हाँ जी, सत श्री अकाल दोस्तों, तुहाडा स्वागत है जी साडे यूट्यूब चैनल हरीका जॉब अलर्ट ते। दोस्तों, जेकर तुसी चैनल पहली बार विजिट कर रहे हो, चैनल नूं सबसक्राइब कर लो, बैल आइकन दबा लो हर नवीं अपडेट दे लई। दोस्तों, डॉक्टर BR अंबेडकर स्टेट इंस्टीट्यूट ऑफ मैडिकल साइंसिस सोसाइटी साहिबजादा अजीत सिंह नगर मोहाली विखे इत्थे दोस्तों स्टाफ की भर्ती की जानी है। इत्थे दोस्तों नॉन टीचिंग ते पैरामैडिकल स्टाफ दियां असामियां जिहड़ियां आईयां ने ते अंबेडकर इंस्टीट्यूट ने बाबा फरीद यूनिवर्सिटी ਨੂੰ ਜ਼ਿੰਮੇਵਾਰੀ ਦਿੱਤੀ ਹੈ ਰਿਕਰੂਟਮੈਂਟ ਕਰਨ ਦੀ। 13/6/2022 ਦਾ ਇਹ ਲੈਟਰ ਹੈ ਤੇ ਇਹਦੇ ਵਿੱਚ ਦੱਸਿਆ ਗਿਆ ਕਿਹੜੀਆਂ ਪੋਸਟਾਂ ਨੇ। ਪੂਰੀ ਜਾਣਕਾਰੀ ਦਵਾਂਗੇ ਇਸ ਵੀਡੀਓ ਦੇ ਵਿੱਚ। ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ। ਤੇ ਦੋਸਤੋ, ਸਭ ਤੋਂ ਪਹਿਲਾਂ ਐਨੈਸਥੀਸੀਆ ਟੈਕਨੀਸ਼ੀਅਨ ਇਹਦੇ ਵਿੱਚ ਇੱਕ ਪੋਸਟ ਹੈ ਜੀ SC ਕੈਟਾਗਰੀ ਦੇ ਲਈ। ਇਹ +2 ਤੁਸੀਂ ਕੀਤੀ ਹੋਵੇ ਤੇ ਉਹਦੇ ਨਾਲ ਡਿਪਲੋਮਾ ਤੁਸੀਂ ਕੀਤਾ ਹੋਵੇ OT ਅਸਿਸਟੈਂਟ ਦਾ ਤੇ ਉਹਦੇ ਨਾਲ ਤੁਸੀਂ ਸਰਟੀਫਿਕੇਟ ਆਫ ਐਨੈਸਥੀਸੀਆ ਟ੍ਰੇਨਿੰਗ ਐਂਡ 1 ਈਅਰ ਤੁਹਾਡੇ ਕੋਲ ਐਕਸਪੀਰੀਅੰਸ ਹੋਵੇ ਐਨੈਸਥੀਸੀਆ ਟੈਕਨੀਸ਼ੀਅਨ ਦੇ ਲਈ। 25,500 ਦੀ ਸੈਲਰੀ ਆ। ਉਸ ਤੋਂ ਬਾਅਦ ਅਸਿਸਟੈਂਟ ਲਾਇਬ੍ਰੇਰੀਅਨ ਦੀ ਇੱਕ ਪੋਸਟ ਹੈ ਜਨਰਲ ਕੈਟਾਗਰੀ ਦੇ ਲਈ ਆ। 25,500 ਸੈਲਰੀ ਆ। ਤੁਹਾਡੇ ਕੋਲ ਡਿਗਰੀ ਹੋਣੀ ਚਾਹੀਦੀ ਆ ਇਨ ਲਾਇਬ੍ਰੇਰੀ ਸਾਇੰਸ ਫਰੋਮ ਏ ਰੈਕਗਨਾਈਜ਼ ਯੂਨੀਵਰਸਿਟੀ। ਉਸ ਤੋਂ ਬਾਅਦ ਦੋਸਤੋ ਕੈਸ਼ੀਅਰ ਦੀ ਪੋਸਟ ਹੈ SC ਕੈਟਾਗਰੀ ਦੇ ਲਈ ਆ। 19,900 ਸੈਲਰੀ ਮਿਲਣੀ ਹੈ। ਇਹਦੇ ਲਈ ਤੁਸੀਂ ਬੈਚਲਰ ਡਿਗਰੀ ਕੀਤੀ ਹੋਵੇ ਤੇ ਉਹਦੇ ਨਾਲ ਤੁਹਾਡੇ ਕੋਲ ਐਟਲੀਸਟ 120 ਆਵਰਸ ਯਾਨੀ ਕਿ 120 ਘੰਟੇ ਦਾ ਕੰਪਿਊਟਰ ਕੋਰਸ ਹੋਵੇ। ISO ਸਰਟੀਫਾਈਡ ਤੁਹਾਡੇ ਕੋਲ ਕੰਪਿਊਟਰ ਕੋਰਸ ਹੋਣਾ ਚਾਹੀਦਾ ਜਾਂ ਫਿਰ O ਲੈਵਲ ਦਾ ਸਰਟੀਫਿਕੇਟ ਤੁਹਾਡੇ ਕੋਲ ਹੋਵੇ ਕੰਪਿਊਟਰ ਦਾ। ਤੇ ਤੁਸੀਂ ਪੰਜਾਬੀ ਤੇ ਅੰਗਰੇਜ਼ੀ ਟਾਈਪਿੰਗ ਟੈਸਟ ਇਹਦੇ ਲਈ ਕਲੀਅਰ ਕਰਨਾ ਤੁਹਾਨੂੰ ਪਏਗਾ। ਠੀਕ ਹੈ ਜੀ, ਐਟ ਦਾ ਸਪੀਡ ਆਫ 30 ਵਰਡਸ ਪਰ ਮਿੰਟ ਤੇ ਪੰਜਾਬੀ ਜ਼ਰੂਰ ਪਾਸ ਕੀਤੀ ਹੋਵੇ 10ਵੀਂ ਦੇ ਵਿੱਚ। ਉਸ ਤੋਂ ਬਾਅਦ ਕਲਰਕ ਪਲੱਸ ਕੈਸ਼ੀਅਰ। ਠੀਕ ਹੈ, ਇਹ ਪੋਸਟ ਦਾ ਨਾਮ ਹੈ ਕਲਰਕ ਪਲੱਸ ਕੈਸ਼ੀਅਰ ਜਾਂ ਫਿਰ ਤੁਸੀਂ ਇਹਨੂੰ ਕਹਿ ਸਕਦੇ ਹੋ ਕਲਰਕ ਪਲੱਸ ਕੈਸ਼ੀਅਰ ਦਾ ਇਹਦੇ ਵਿੱਚ ਜੌਬ ਰੋਲ ਹੈ। ਤੇ ਇਹਦੇ ਵਿੱਚ 12 ਪੋਸਟਾਂ ਟੋਟਲ ਨੇ। 19,900 ਸੈਲਰੀ ਮਿਲਣੀ ਆ। 5 ਪੋਸਟਾਂ ਜਨਰਲ ਕੈਟਾਗਰੀ ਦੇ ਲਈ ਨੇ। ਠੀਕ ਆ, 4 ਮੇਲ ਤੇ 1 ਫੀਮੇਲ ਦੇ ਲਈ। ਇੱਕ ਪੋਸਟ ਜਨਰਲ EWS ਦੀ ਫੀਮੇਲ ਦੇ ਲਈ ਆ। ਇੱਕ ਪੋਸਟ SC M&B ਫੀਮੇਲ ਦੀ ਆ। ਇੱਕ ਪੋਸਟ SCRO ਹੈ। ਇੱਕ ਪੋਸਟ BC ਫੀਮੇਲ ਹੈ ਤੇ 2 ਪੋਸਟਾਂ ESM ਨੇ ਜਿਹਦੇ ਵਿੱਚੋਂ ਇੱਕ ਫੀਮੇਲ ਦੀ ਆ ਤੇ ਇੱਕ ਪੋਸਟ PWD ਫੀਮੇਲ ਦੀ ਆ, ਫੀਮੇਲ ਜਨਰਲ ਦੀ। ਤੇ ਇਹਦੇ ਲਈ ਤੁਸੀਂ ਬੈਚਲਰ ਡਿਗਰੀ ਕੀਤੀ ਹੋਵੇ, ਨਾਲ ਤੁਹਾਡਾ ਕੰਪਿਊਟਰ ਕੋਰਸ ਤੁਸੀਂ ਕੀਤਾ ਹੋਵੇ 120 ਘੰਟੇ ਦਾ, ISO ਸਰਟੀਫਾਈਡ ਹੋਵੇ ਜਾਂ ਫਿਰ O ਲੈਵਲ ਦਾ ਹੋਵੇ ਤੇ ਇਸ ਤੋਂ ਇਲਾਵਾ ਪੰਜਾਬੀ ਤੇ ਅੰਗਰੇਜ਼ੀ ਟਾਈਪਿੰਗ ਟੈਸਟ ਹੋਣਾ 30 ਸ਼ਬਦ ਪ੍ਰਤੀ ਮਿੰਟ ਦੀ ਸਪੀਡ ਤੇ 10ਵੀਂ ਦੇ ਵਿੱਚ ਪੰਜਾਬੀ ਜ਼ਰੂਰ ਪਾਸ ਕੀਤੀ ਹੋਵੇ। ਉਸ ਤੋਂ ਬਾਅਦ ਚਾਈਲਡ ਸਾਈਕੋਲੋਜਿਸਟ ਦੀ ਇੱਕ ਪੋਸਟ ਹੈ। 29,200 ਸੈਲਰੀ ਆ। ਜਨਰਲ ਕੈਟਾਗਰੀ ਦੇ ਲਈ ਆ। ਇਹਦੇ ਲਈ ਤੁਸੀਂ ਡਿਗਰੀ ਕੀਤੀ ਹੋਵੇ ਮਾਸਟਰ ਇਨ ਸਾਈਕੋਲੋਜੀ ਤੇ ਜਾਂ ਫਿਰ ਇੱਥੇ ਔਰ ਲਿਖਿਆ ਇਹਨਾਂ ਨੇ ਸ਼ੁੱਡ ਪੋਜੈਸ ਏ ਡਿਪਲੋਮਾ ਇਨ ਮੈਡੀਕਲ ਐਂਡ ਸੋਸ਼ਲ ਸਾਈਕੋਲੋਜੀ ਫਰੋਮ ਏ ਰੈਕਗਨਾਈਜ਼ ਯੂਨੀਵਰਸਿਟੀ। ਠੀਕ ਹੈ, ਜੇਕਰ ਤੁਸੀਂ ਡਿਪਲੋਮਾ ਕੀਤਾ ਤਾਂ ਤੁਹਾਡੇ ਕੋਲ ਐਕਸਪੀਰੀਅੰਸ ਹੋਵੇ ਕਲੀਨਿਕਲ ਸਾਈਕੋਲੋਜਿਸਟ ਦਾ ਫॉर ਅ ਮਿਨੀਮਮ ਪੀਰੀਅਡ ਆਫ 5 ਇਅਰਸ। ਠੀਕ ਹੈ ਜੀ, ਇਸ ਚੀਜ਼ ਦਾ ਧਿਆਨ ਰੱਖਣਾ। ਤੇ ਡੈਂਟਲ ਮਕੈਨਿਕ ਦੀਆਂ 2 ਪੋਸਟਾਂ, ਇੱਕ ਜਨਰਲ ਇੱਕ SC। 25,500 ਸੈਲਰੀ ਆ। ਇਹਦੇ ਲਈ ਤੁਸੀਂ +2 ਵਿਦ ਸਾਇੰਸ ਕੀਤੀ ਹੋਵੇ ਤੇ ਸ਼ੁੱਡ ਹੈਵ ਪਾਸਡ ਡੈਂਟਲ ਮਕੈਨਿਕ ਕੋਰਸ ਤੁਸੀਂ ਕੀਤਾ ਹੋਵੇ ਬਾਈ ਦਾ ਡੈਂਟਲ ਕਾਉਂਸਲ ਆਫ ਇੰਡੀਆ ਦੁਆਰਾ ਜਿਹੜਾ ਰੈਕਗਨਾਈਜ਼ ਤੁਹਾਡਾ ਇਹ ਇੰਸਟੀਟਿਊਸ਼ਨ ਹੋਣਾ ਚਾਹੀਦਾ ਤੇ ਤੁਸੀਂ ਰਜਿਸਟਰਡ ਹੋਣੇ ਚਾਹੀਦੇ ਹੋ ਐਜ਼ ਏ ਡੈਂਟਲ ਮਕੈਨਿਕ ਵਿਦ ਦਾ ਪੰਜਾਬ ਡੈਂਟਲ ਕਾਉਂਸਲ। ਉਸ ਤੋਂ ਬਾਅਦ ਡਾਇਲਿਸਿਸ ਅਸਿਸਟੈਂਟ ਦੀਆਂ 2 ਪੋਸਟਾਂ ਜੀ, ਇੱਕ ਜਨਰਲ ਇੱਕ SC ਦੇ ਲਈ। 29,200 ਸੈਲਰੀ ਆ। +2 ਵਿਦ ਸਾਇੰਸ ਤੁਸੀਂ ਕੀਤੀ ਹੋਵੇ, ਡਿਪਲੋਮਾ ਕੀਤਾ ਹੋਵੇ MLT ਦਾ ਤੇ ਸ਼ਾਰਟ ਟਰਮ ਟ੍ਰੇਨਿੰਗ ਹੋਵੇ ਤੁਹਾਡੀ ਇਨ ਡਾਇਲਿਸਿਸ ਫਰੋਮ ਏ ਰੈਕਗਨਾਈਜ਼ਡ ਇੰਸਟੀਟਿਊਸ਼ਨ ਵਿਲ ਬੀ ਪ੍ਰੈਫਰਡ। ਉਸ ਤੋਂ ਬਾਅਦ ਡਾਇਲਿਸਿਸ ਟੈਕਨੀਸ਼ੀਅਨ ਦੀ ਇੱਕ ਪੋਸਟ ਆ, ਉੱਪਰ ਵਾਲੀ ਡਾਇਲਿਸਿਸ ਅਸਿਸਟੈਂਟ ਦੀ ਪੋਸਟ ਸੀਗੀ, ਮੈਂ ਸ਼ਾਇਦ ਟੈਕਨੀਸ਼ੀਅਨ ਇਹਨੂੰ ਪ੍ਰੋਨਾਉਂਸ ਕਰ ਗਿਆ। ਤੇ ਡਾਇਲਿਸਿਸ ਟੈਕਨੀਸ਼ੀਅਨ ਦੀ ਇੱਕ ਪੋਸਟ ਹੈ। ਇੱਕ ਪੋਸਟ ਜਨਰਲ ਕੈਟਾਗਰੀ ਦੇ ਲਈ ਆ। 29,200 ਸੈਲਰੀ ਆ। +2 ਵਿਦ ਸਾਇੰਸ ਕੀਤੀ ਹੋਵੇ, ਫਿਜ਼ਿਕਸ ਕੈਮਿਸਟਰੀ ਬਾਇਓਲੋਜੀ ਇੰਗਲਿਸ਼ ਇਹ ਸਬਜੈਕਟ ਤੁਹਾਡੇ +2 ਹੋਣੇ ਚਾਹੀਦੇ ਆ। ਤੇ ਉਸ ਤੋਂ ਬਾਅਦ ਡਿਗਰੀ ਤੁਸੀਂ ਕੀਤੀ ਹੋਵੇ MLT ਦੀ ਤੇ ਉਹਦੇ ਨਾਲ ਤੁਹਾਡੇ ਕੋਲ ਐਕਸਪੀਰੀਅੰਸ ਹੋਵੇ 1 ਈਅਰ ਦਾ ਫॉर ਆਪਰੇਟਿੰਗ ਦਾ ਡਾਇਲਿਸਿਸ ਮਸ਼ੀਨ ਐਜ਼ ਡਾਇਲਿਸਿਸ ਟੈਕਨੀਸ਼ੀਅਨ। ਉਸ ਤੋਂ ਬਾਅਦ ECG ਟੈਕਨੀਸ਼ੀਅਨ ਦੀਆਂ 2 ਪੋਸਟਾਂ, ਇੱਕ ਜਨਰਲ ਇੱਕ SC। 21,700 ਸੈਲਰੀ ਆ।
+2 ਵਿਦ ਸਾਇੰਸ ਕੀਤੀ ਹੋਵੇ ਤੇ ਉਹਦੇ ਨਾਲ ਤੁਹਾਡੇ ਕੋਲ ਡਿਪਲੋਮਾ ਹੋਵੇ ਇਨ ਇਲੈਕਟ੍ਰੋਕਾਰਡੀਓਗ੍ਰਾਫਰ। ਠੀਕ ਹੈ ਜੀ। ਨੈਕਸਟ ਹੈ ਜੀ EEG ਟੈਕਨੀਸ਼ੀਅਨ। ਇਹਦੇ ਲਈ ਤੁਹਾਡੇ ਕੋਲ ਇੱਕ ਪੋਸਟ ਹੈ ਜਨਰਲ ਕੈਟੇਗਰੀ ਦੇ ਲਈ, 21,700 ਸੈਲਰੀ ਹੈ ਜੀ। ਇਹਦੇ ਲਈ ਦੋਸਤੋ ਤੁਸੀਂ +2 ਪਾਸ ਕੀਤੀ ਹੋਵੇ, ਠੀਕ ਹੈ ਜੀ, ਤੇ ਉਹਦੇ ਨਾਲ ਤੁਹਾਡੇ ਕੋਲ ਡਿਪਲੋਮਾ ਹੋਵੇ MLT ਦੇ ਵਿੱਚ EEG ਟੈਕਨੀਸ਼ੀਅਨ ਦੇ ਲਈ। ਦੈਨ ਹੈਲਥ ਵਿਜ਼ਿਟਰ ਦੀਆਂ ਪੋਸਟਾਂ ਜੀ, 2 ਪੋਸਟਾਂ, ਇੱਕ ਜਨਰਲ, ਇੱਕ SC, 29,200 ਸੈਲਰੀ ਹੈ। +2 ਤੁਸੀਂ ਪਾਸ ਕੀਤੀ ਹੋਵੇ, ਪਾਰਟ 2 ਐਗਜ਼ਾਮੀਨੇਸ਼ਨ, ਤੇ ਉਸ ਦੇ ਨਾਲ ਤੁਹਾਡੇ ਕੋਲ ਸ਼ੁੱਡ ਪੋਜੈਸ ਡਿਪਲੋਮਾ ਇਨ ਮਲਟੀਪਰਪਜ਼ ਹੈਲਥ ਵਰਕਰ। ਠੀਕ ਹੈ ਜੀ। MPHW ਦਾ ਜਿਹੜਾ ਡਿਪਲੋਮਾ ਤੁਸੀਂ ਕੀਤਾ ਹੋਵੇ, ਮੇਲ ਔਰ ਫੀਮੇਲ ਕੋਈ ਵੀ ਕੀਤਾ ਹੋਵੇ ਇਹਦੇ ਚੋਂ, ਤੇ ਉਹਦੇ ਨਾਲ ਤੁਹਾਡੇ ਕੋਲ ਸ਼ੁੱਡ ਹੈਵ ਪਾਸਡ ਟ੍ਰੇਨਿੰਗ ਕੋਰਸ ਐਜ਼ ਟਿਊਬਰਕਲੋਸਿਸ ਹੈਲਥ ਵਿਜ਼ਿਟਰ। ਠੀਕ ਹੈ, TB ਹੈਲਥ ਵਿਜ਼ਿਟਰ ਦਾ ਟ੍ਰੇਨਿੰਗ ਕੋਰਸ ਤੁਸੀਂ ਕੀਤਾ ਹੋਵੇ। ਦੈਨ ਹੋਸਟਲ ਵਾਰਡਨ ਦੀਆਂ 3 ਪੋਸਟਾਂ, ਇੱਕ ਪੋਸਟ ਜਨਰਲ ਫੀਮੇਲ ਦੇ ਲਈ ਹੈ, ਇੱਕ ਪੋਸਟ SC ਮੇਲ ਦੀ ਹੈ ਤੇ ਇੱਕ ਪੋਸਟ SC ਫੀਮੇਲ ਦੀ ਹੈ। 19,900 ਸੈਲਰੀ ਹੈ ਜੀ। +2 ਤੁਸੀਂ ਇਹਦੇ ਲਈ ਕੀਤੀ ਹੋਵੇ, ਐਕਸਪੀਰੀਅੰਸ ਹੋਵੇ 1 year ਇਨ ਦਾ ਲਾਈਨ, ਭਾਵ ਕਿ ਵਾਰਡਨ ਦਾ ਐਕਸਪੀਰੀਅੰਸ ਤੁਹਾਡਾ 1 ਸਾਲ ਦਾ ਇਹਦੇ ਲਈ ਹੋਣਾ ਚਾਹੀਦਾ। ਤੇ ਉਸ ਤੋਂ ਇਲਾਵਾ ਲੈਬ ਅਟੈਂਡੈਂਟ ਦੀਆਂ ਜਿਹੜੀਆਂ ਪੋਸਟਾਂ 18 ਪੋਸਟਾਂ ਉਹ 19,900 ਸੈਲਰੀ ਆ। 6 ਪੋਸਟਾਂ ਜਨਰਲ ਦੀਆਂ, 2 ਜਨਰਲ EWS ਆ, 3 SCMB ਆ, 2 SCRO ਆ, 1 SCRO ESM ਦੀ ਆ, 1 BC ਦੀ ਆ, 2 ESM ਤੇ 1 PWD ਦੀ ਆ। ਤੇ ਇਹਦੇ ਲਈ ਤੁਸੀਂ +2 ਵਿਦ ਸਾਇੰਸ ਕੀਤੀ ਹੋਵੇ ਤੇ ਡਿਪਲੋਮਾ ਹੋਵੇ ਤੁਹਾਡਾ ਇਨ ਲੈਬੋਰਟਰੀ ਟੈਕਨੋਲੋਜੀ ਦੇ ਵਿੱਚ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਮੈਡੀਕਲ ਲੈਬ ਟੈਕਨੀਸ਼ੀਅਨ ਗ੍ਰੇਡ 2 ਦੀਆਂ 16 ਪੋਸਟਾਂ ਜੀ, 21,700 ਸੈਲਰੀ ਆ। 5 ਜਨਰਲ, 2 ਜਨਰਲ EWS, 3 SCMB, 2 SCRO, 1 SCRO, 1 BC, 1 ESM। ਤੇ ਇਹਦੇ ਲਈ ਤੁਸੀਂ +2 ਵਿਦ ਸਾਇੰਸ ਕੀਤੇ ਹੋਏ, ਫਿਜ਼ਿਕਸ, ਕੈਮਿਸਟਰੀ, ਬਾਇਓਲੋਜੀ ਸਬਜੈਕਟ ਤੁਹਾਡੇ ਹੋਣੇ ਚਾਹੀਦੇ ਆ। ਤੇ ਉਸ ਤੋਂ ਇਲਾਵਾ ਇਹਦੇ ਵਿੱਚ ਤੁਸੀਂ 2 ਸਾਲ ਦਾ ਤੁਹਾਡੇ ਕੋਲ ਡਿਪਲੋਮਾ ਹੋਣਾ ਚਾਹੀਦਾ। ਦੇਖੋ ਇਹਦੇ ਵਿੱਚ 2 ਚੀਜ਼ਾਂ, ਜੇਕਰ ਤੁਸੀਂ +2 ਸਾਇੰਸ ਨਾਲ ਕੀਤੀ ਆ ਤਾਂ ਤੁਹਾਡੇ ਕੋਲ 2 ਸਾਲ ਦਾ ਡਿਪਲੋਮਾ ਕੀਤਾ ਹੋਵੇ MLT ਦਾ। ਠੀਕ ਆ ਜੀ। ਜੇਕਰ ਤੁਸੀਂ 10th ਕੀਤੀ ਆ ਤਾਂ 10th ਤੋਂ ਬਾਅਦ ਤੁਹਾਡੇ ਕੋਲ 3 ਸਾਲ ਦਾ ਡਿਪਲੋਮਾ ਕੀਤਾ ਹੋਵੇ MLT ਦਾ। ਉਸ ਤੋਂ ਇਲਾਵਾ ਜੇਕਰ ਤੁਸੀਂ BSc MLT ਕੀਤੀ ਹੋਈ ਆ ਤਾਂ ਵੀ ਤੁਸੀਂ ਇਹਦੇ 'ਚ ਅਪਲਾਈ ਕਰ ਸਕਦੇ ਹੋ। ਠੀਕ ਆ। 3 ਕੇਸਿਸ ਇਹਦੇ ਵਿੱਚ, 3 ਕੇਸਿਸ ਦੇ ਵਿੱਚੋਂ ਕੋਈ ਵੀ ਇੱਕ ਕੇਸ ਆ ਤੁਹਾਡਾ, ਉਹਦੇ ਅਧੀਨ ਤੁਸੀਂ ਅਪਲਾਈ ਕਰ ਸਕਦੇ ਹੋ। ਉਸ ਤੋਂ ਬਾਅਦ ਮੀਡੀਆ ਮੇਕਰ ਦੀ ਪੋਸਟ ਹੈ ਜੀ, ਤੇ ਇੱਕ ਪੋਸਟ ਜਨਰਲ ਕੈਟੇਗਰੀ ਦੇ ਲਈ ਆ, 19,900 ਸੈਲਰੀ ਆ। ਤੇ ਇੱਕ ਚੀਜ਼ ਮੈਂ ਹੋਰ ਤੁਹਾਨੂੰ ਦੱਸ ਦੇਵਾਂ ਕਿ ਜਿਹੜੀਆਂ ਮੈਂ ਕੁਆਲੀਫਿਕੇਸ਼ਨਸ ਦੱਸੀਆਂ ਉਹਨਾਂ ਦੇ ਲਈ ਨਾ ਇੱਕ ਇਹਨਾਂ ਨੇ ਕੋਰੀਜੈਂਡਮ ਵੀ ਪਾਇਆ। ਠੀਕ ਆ। ਤੇ ਇੱਕ ਸੋਧ ਪੱਤਰ ਪਾਇਆ, ਉਹ ਮੈਂ ਤੁਹਾਨੂੰ ਪਹਿਲਾਂ ਦੱਸ ਦਿੰਦਾ ਤਾਂ ਕਿ ਕੋਈ ਕਨਫਿਊਜ਼ਨ ਨਾ ਰਹੇ, ਕਿਉਂਕਿ ਇਹਨਾਂ ਨੇ ਇਹਦੇ ਵਿੱਚ ਲਿਖਿਆ ਕਿ ਉਹੀ ਕੈਂਡੀਡੇਟ ਅਪਲਾਈ ਕਰਨ। ਠੀਕ ਆ। ਤਾਂ ਇਹਨਾਂ ਨੇ ਲਿਖਿਆ ਕਿ ਇਸ ਤੋਂ ਪਹਿਲਾਂ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਸਰਕਾਰ ਵੱਲੋਂ ਵੀ ਦਿਸ ਰਾਹੀਂ ਰਜਿਸਟਰਾਰ ਬਾਬਾ ਫਰੀ ਯੂਨੀਵਰਸਿਟੀ ਨੂੰ ਲਿਖਿਆ ਗਿਆ ਸੀ ਕਿ OT ਅਸਿਸਟੈਂਟ, ਰੇਡੀਓਗ੍ਰਾਫਰ, ECG ਟੈਕਨੀਸ਼ੀਅਨ ਦੀ ਅਸਾਮੀ ਲਈ ਅਰਜ਼ੀ ਦੇਣ ਵਾਲੇ ਅਜਿਹੇ ਉਮੀਦਵਾਰ ਜਿਨ੍ਹਾਂ ਪਾਸ OT ਅਸਿਸਟੈਂਟ, ਰੇਡੀਓਗ੍ਰਾਫਰ, ECG ਟੈਕਨੀਸ਼ੀਅਨ ਦੀ BSc ਰੈਲੀਵੈਂਟ ਫੀਲਡ ਦੀ ਡਿਗਰੀ ਹੋਵੇਗੀ, ਉਹਨਾਂ ਉਮੀਦਵਾਰਾਂ ਨੂੰ ਇਹਨਾਂ ਉਕਤ ਅਸਾਮੀਆਂ ਲਈ ਯੋਗ ਮੰਨਿਆ ਜਾਵੇਗਾ। ਠੀਕ ਆ। ਇਹ 3 ਜਿਹੜੇ ਪੋਸਟਾਂ ਨੋਟ ਕਰ ਲਓ, OT ਅਸਿਸਟੈਂਟ, ਰੇਡੀਓਗ੍ਰਾਫਰ ਤੇ ECG ਟੈਕਨੀਸ਼ੀਅਨ। ਜੇਕਰ ਤੁਸੀਂ BSc ਕੀਤੀ ਹੋਏਗੀ ਇਹਨਾਂ ਦੇ ਵਿੱਚ, ਠੀਕ ਹੈ, ਇਹਨਾਂ ਪੋਸਟਾਂ ਦੇ ਲਈ ਜੋ ਤੁਹਾਡੀ ਕੁਆਲੀਫਿਕੇਸ਼ਨ ਹੁੰਦੀ ਆ ਤਾਂ ਉਹਨਾਂ ਨੂੰ ਤਰਜੀਹ ਦਿੱਤੀ ਹੈਗੀ। ਅੱਗੇ ਇਹਨਾਂ ਨੇ ਇੱਕ ਚੀਜ਼ ਹੋਰ ਲਿਖੀ, ਉਪਰੋਕਤ ਪੱਤਰ ਦੇ ਹਵਾਲੇ ਵਿੱਚ ਆਪ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਹੇਠ ਲਿਖੀਆਂ ਅਸਾਮੀਆਂ ਲਈ ਅਰਜ਼ੀ ਦੇਣ ਵਾਲੇ ਅਜਿਹੇ ਉਮੀਦਵਾਰ ਜਿਨ੍ਹਾਂ ਪਾਸ BSc ਰੈਲੀਵੈਂਟ ਫੀਲਡ ਦੀ ਡਿਗਰੀ ਹੋਵੇਗੀ, ਉਹ ਉਮੀਦਵਾਰਾਂ ਨੂੰ ਜਿਸ ਅਸਾਮੀ ਵਿਰੁੱਧ ਅਪਲਾਈ ਕਰਨਗੇ ਉਹਨਾਂ ਅਸਾਮੀਆਂ ਲਈ ਯੋਗ ਮੰਨਿਆ ਜਾਵੇਗਾ। ਠੀਕ ਆ। ਤਾਂ ਜਿਹੜੀ ਫੁੱਲ ਪ੍ਰੈਫਰੈਂਸ ਮਿਲਣੀ ਹੈ ਉਹ BSc ਨੂੰ ਮਿਲਣੀ ਹੈ ਰੈਲੀਵੈਂਟ ਫੀਲਡ ਦੇ ਵਿੱਚ। ਉਸ ਤੋਂ ਬਾਅਦ ਮੀਡੀਆ ਮੇਕਰ ਦੀ ਇੱਕ ਪੋਸਟ ਹੈ ਜਨਰਲ ਕੈਟੇਗਰੀ ਦੇ ਲਈ, 19,900 ਸੈਲਰੀ ਹੈ ਜੀ। +2 ਕੀਤੀ ਹੋਵੇ ਵਿਦ 5 year ਐਕਸਪੀਰੀਅੰਸ ਹੋਵੇ ਐਜ਼ ਫੋਟੋਗ੍ਰਾਫਰ ਵਿਦ ਡਿਪਲੋਮਾ ਇਨ ਜਰਨਲਿਜ਼ਮ ਮਾਸ ਕਮਿਊਨੀਕੇਸ਼ਨ ਦੇ ਵਿੱਚ। ਤੇ ਮੀਡੀਆ ਸੈਕਟਰਿਕ ਸੋਸ਼ਲ ਵਰਕਰ ਦੀਆਂ 6 ਪੋਸਟਾਂ ਜੀ, 3 ਜਨਰਲ, 1 SC, 1 ESM ਤੇ 1 BC ਦੀ। MA ਜਾਂ MPhil ਤੁਸੀਂ ਕੀਤੀ ਹੋਵੇ ਸਾਈਕੋਲੋਜੀ, ਸੋਸ਼ੋਲੋਜੀ ਔਰ ਸੋਸ਼ਲ ਵਰਕ ਦੇ ਵਿੱਚ। ਠੀਕ ਆ। ਤੇ 35,400 ਇਹਦੇ 'ਚ ਤੁਹਾਨੂੰ ਸੈਲਰੀ ਮਿਲਣੀ ਆ। ਆਕੂਪੇਸ਼ਨਲ ਥੈਰੇਪਿਸਟ ਦੀ ਇੱਕ ਪੋਸਟ ਹੈ ਜਨਰਲ ਕੈਟੇਗਰੀ ਦੇ ਲਈ, 25,500 ਸੈਲਰੀ ਮਿਲਣੀ ਆ। +2 ਵਿਦ ਸਾਇੰਸ ਮੈਡੀਕਲ ਕੀਤੀ ਹੋਵੇ, 1 year ਸਪੈਸ਼ਲ ਟ੍ਰੇਨਿੰਗ ਡਿਪਲੋਮਾ ਕੀਤਾ ਹੋਵੇ ਆਕੂਪੇਸ਼ਨਲ ਥੈਰੇਪੀ ਦੇ ਵਿੱਚ।
उस तो बाद OT असिस्टेंट ਦੀਆਂ 13 पोस्ट है जी, 4 जनरल, 1 जनरल EWS, 2 SCMB, 2 SCRO, 1 BC, 2 ESM ਤੇ 1 PWD ਦੀ 21,700 सैलरी मिलनी है। +2 ਕੀਤੀ ਹੋਵੇ ਵਿਦ ਸਾਇੰਸ ਤੇ ਉਸ ਤੋਂ ਬਾਅਦ ਡਿਪਲੋਮਾ ਇਨ OT ਟੈਕਨੀਕ ਦੇ ਵਿੱਚ ਕੀਤਾ ਹੋਵੇ। ਤੇ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਚੁੱਕਿਆ ਜਿਹੜਾ ਕੋਰੀਜੈਂਡਮ ਸੀਗਾ ਕਿ ਉਹਦੇ ਵਿੱਚ ਇਹਨਾਂ ਨੇ BSc ਦਾ ਜ਼ਿਕਰ ਕੀਤਾ, ਠੀਕ ਹੈ। ਇਸ ਕਰਕੇ ਤੁਸੀਂ ਉਸ ਹਿਸਾਬ ਨਾਲ ਹੀ ਆਪਣਾ ਅਪਲਾਈ ਕਰਨਾ, ਆਪਣਾ ਪੜ੍ਹ ਕੇ ਸਾਰਾ ਨੋਟੀਫਿਕੇਸ਼ਨ। ਉਸ ਤੋਂ ਬਾਅਦ ਆਪਟੋਮੈਟਰਿਸਟ ਜਾਂ ਰਿਫਰੈਕਸ਼ਨਿਸਟ 2 ਪੋਸਟਾਂ, 1 ਜਨਰਲ, 1 SC, 29,200 ਸੈਲਰੀ ਆ। +2 ਵਿਦ ਸਾਇੰਸ ਹੋਵੇ ਤੁਹਾਡੀ ਮੈਡੀਕਲ ਦੇ ਵਿੱਚ ਤੇ ਡਿਪਲੋਮਾ ਹੋਵੇ ਆਪਥੈਲਮਿਕ ਅਸਿਸਟੈਂਟ ਦਾ ਤੇ ਐਕਸਪੀਰੀਅੰਸ ਹੋਵੇ 2 ਸਾਲ ਦਾ। ਉਸ ਤੋਂ ਬਾਅਦ ਆਰਥੋਪੈਡਿਸਟ ਦੀ 1 ਪੋਸਟ ਹੈ ਜਨਰਲ ਕੈਟੇਗਰੀ ਦੇ ਲਈ, 29,200 ਸੈਲਰੀ ਆ। +2 ਵਿਦ ਸਾਇੰਸ ਮੈਡੀਕਲ ਡਿਪਲੋਮਾ ਇਨ ਦਿਸ ਲਾਈਨ, ਡਿਪਲੋਮਾ ਤੁਹਾਡਾ ਆਰਥੋ ਦੇ ਵਿੱਚ ਹੋਵੇ। ਦੈਨ ਫਿਜ਼ੀਓਥੈਰੇਪਿਸਟ 1 ਪੋਸਟ ਜਨਰਲ ਦੀ 21,700 ਸੈਲਰੀ ਆ। +2 ਵਿਦ ਸਾਇੰਸ ਫਿਜ਼ਿਕਸ ਕੈਮਿਸਟਰੀ ਬਾਇਓਲੋਜੀ ਇੰਗਲਿਸ਼ 4 ਸਬਜੈਕਟ ਹੋਣੇ ਚਾਹੀਦੇ ਆ। ਤੇ 4.5 years ਬੈਚਲਰ ਆਫ ਫਿਜ਼ੀਓਗ੍ਰਾਫਿਕ ਡਿਗਰੀ ਕੋਰਸ BPT ਤੁਸੀਂ ਕੀਤਾ ਹੋਵੇ, 4.5 ਸਾਲ ਦਾ ਕੋਰਸ ਹੈ ਤੇ ਇਨਕਲੂਸਿਵ ਆਫ 6 months ਕੰਪਲਸਰੀ ਰੋਟੇਟਰੀ ਇੰਟਰਨਸ਼ਿਪ ਟ੍ਰੇਨਿੰਗ ਤੁਸੀਂ 6 ਮਹੀਨੇ ਦੇ ਵਿੱਚ ਜ਼ਰੂਰ ਕੀਤੀ ਹੋਵੇ ਤੇ ਐਕਸਪੀਰੀਅੰਸ ਤੁਹਾਡੇ ਕੋਲ ਹੋਵੇ 3 ਸਾਲ ਦਾ ਫਿਜ਼ੀਓਥੈਰੇਪਿਸਟ ਦਾ। ਉਸ ਤੋਂ ਬਾਅਦ ਰੇਡੀਓਗ੍ਰਾਫਰ ਦੀਆਂ 6 ਪੋਸਟਾਂ, 4 ਜਨਰਲ, 1 SCMB, 1 SCRO, 29,200 ਸੈਲਰੀ ਆ। +2 ਵਿਦ ਸਾਇੰਸ ਹੋਵੇ ਤੇ 2 ਸਾਲ ਦਾ ਡਿਪਲੋਮਾ ਹੋਵੇ ਰੇਡੀਓਗ੍ਰਾਫੀ ਦਾ। ਦੈਨ ਸਟਾਫ ਨਰਸ ਦੀਆਂ 42 ਪੋਸਟਾਂ, ਇਹਦੇ ਵਿੱਚ 29,200 ਇਹਦੇ ਸੈਲਰੀ ਮਿਲਣੀ ਆ ਤੇ ਮੇਨ ਪੋਸਟਾਂ ਸਟਾਫ ਨਰਸ ਦੀਆਂ ਜਿਹੜੀਆਂ ਇਹ ਨੇ 16 ਪੋਸਟਾਂ ਜਨਰਲ ਦੀਆਂ, 3 ਜਨਰਲ EWS ਹੈ, 4 SCMB ਆ, 3 SCRO ਹੈ, 1 SCMB ESM ਹੈ, 2 SCRO ESM ਹੈ, 1 SCMB ਸਪੋਰਟਸ ਹੈ, 4 BC ਹੈ, 5 ESM ਹੈ, 1 PWD ਹੈ ਤੇ 2 ਸਪੋਰਟਸਮੈਨ ਦੀ ਹੈ। ਤੇ ਇਹਦੇ ਲਈ ਤੁਸੀਂ ਸੀਨੀਅਰ ਸੈਕੰਡਰੀ ਕੋਰਸ ਪਾਸ ਕੀਤਾ ਹੋਵੇ, +2 ਪਾਸ ਕੀਤੀ ਹੋਵੇ, ਡਿਪਲੋਮਾ ਤੁਹਾਡਾ GNM ਦਾ ਕੀਤਾ ਹੋਵੇ ਉਹਦੇ ਨਾਲ। ਉਸ ਤੋਂ ਬਾਅਦ ਤੁਸੀਂ ਰਜਿਸਟਰਡ ਹੋਣੇ ਚਾਹੀਦੇ ਹੋ ਵਿਦ ਦਾ ਪੰਜਾਬ ਨਰਸਿੰਗ ਰਜਿਸਟ੍ਰੇਸ਼ਨ ਕਾਊਂਸਲ, ਠੀਕ ਹੈ ਜੀ। ਤਾਂ ਇਹ ਸੀ ਪੋਸਟਾਂ ਸਟਾਫ ਨਰਸ ਦੀਆਂ। ਇਹਦੇ ਸੰਬੰਧੀ ਦੋਸਤੋ ਤੁਸੀਂ ਆਨਲਾਈਨ ਅਪਲਾਈ ਕਰ ਸਕਦੇ ਹੋ। ਇਹਨਾਂ ਦਾ ਇਹ ਪੋਰਟਲ ਆ, ਇੱਥੇ ਜਾ ਕੇ ਰਜਿਸਟ੍ਰੇਸ਼ਨ ਕਰਨੀ ਆ, ਦੈਨ ਅਪਲਾਈ ਕਰਨਾ। ਪੁਰਾਣਾ ਪ੍ਰੋਸੀਜਰ ਆ, ਜਿਨ੍ਹਾਂ ਨੇ ਪਹਿਲਾਂ ਅਪਲਾਈ ਕੀਤਾ ਹੋਇਆ ਉਹਨਾਂ ਨੂੰ ਪਤਾ ਹੋਏਗਾ ਇਹਨਾਂ ਦਾ, ਠੀਕ ਆ, ਜੋ ਵੀ ਅਪਲਾਈ ਕਰਦੇ ਰਹਿੰਦੇ ਹੁੰਦੇ ਆ। ਤੇ ਇਹਦੀ ਲਾਸਟ ਡੇਟ ਜਿਹੜੀ ਰੱਖੀ ਆ ਇਹਨਾਂ ਨੇ 30 ਜੂਨ 2022 ਤੱਕ ਰੱਖੀ ਆ। ਆਨਲਾਈਨ ਅਪਲਾਈ ਹੋਣਾ, ਆਨਲਾਈਨ ਫੀਸ ਭਰੀ ਜਾਣੀ ਆ ਤੇ ਉਸ ਤੋਂ ਬਾਅਦ 18 ਤੋਂ 37 ਸਾਲ ਤੁਹਾਡੀ ਏਜ ਹੋਣੀ ਚਾਹੀਦੀ ਆ। 5 ਸਾਲ ਦੀ ਏਜ ਰਿਲੈਕਸੇਸ਼ਨ SCBC ਲਈ ਆ। ਮੈਟ੍ਰਿਕ ਦੇ ਵਿੱਚ ਪੰਜਾਬੀ ਜ਼ਰੂਰ ਪਾਸ ਕੀਤੀ ਹੋਵੇ ਸਾਰੀਆਂ ਪੋਸਟਾਂ ਦੇ ਲਈ ਤੁਸੀਂ। ਤੇ ਉਸ ਤੋਂ ਇਲਾਵਾ ਕੁਝ ਹੋਰ ਇਹਦੇ ਵਿੱਚ ਸ਼ਰਤਾਂ ਦਿੱਤੀਆਂ ਗਈਆਂ ਨੇ। ਇਹਨਾਂ ਨੇ ਦੱਸਿਆ ਕਿ ਇਹਨਾਂ ਅਸਾਮੀਆਂ ਦਾ ਡਾਕਟਰ BR ਅੰਬੇਡਕਰ ਸਟੇਟ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਸ ਸੁਸਾਇਟੀ ਮੋਹਾਲੀ ਦਾ ਵੱਖਰਾ ਕਾਡਰ ਹੋਵੇਗਾ ਤੇ ਅਸਾਮੀਆਂ ਉੱਤੇ ਨਿਯੁਕਤ ਹੋਣ ਵਾਲੇ ਕਰਮਚਾਰੀਆਂ ਦੀ ਬਦਲੀ ਕੇਵਲ ਸੁਸਾਇਟੀ ਦੇ ਅਧਿਕਾਰ ਖੇਤਰ ਵਿੱਚ ਹੀ ਕੀਤੀ ਜਾਏਗੀ। ਤਾਂ ਇਹਨਾਂ ਦਾ ਇੱਕ ਵੱਖਰਾ ਕਾਡਰ ਜਿਹੜਾ ਬਣਨਾ ਤੇ ਉਹਦੇ ਅਕੋਰਡਿੰਗ ਹੀ ਤੁਹਾਡੀ ਜੋ ਵੀ ਬਦਲੀ ਵਗੈਰਾ ਇਹਦੇ 'ਚ ਹੋਣੀ ਆ। ਤੇ ਵੈਸੇ ਇਹਨਾਂ ਨੇ ਫੀਸ ਵਗੈਰਾ ਦੇ ਵਿੱਚ ਜ਼ਿਕਰ ਨਹੀਂ ਕੀਤਾ ਤੇ ਫੀਸ ਮੇਰਾ ਖਿਆਲ ਹੈ 1180 ਸ਼ਾਇਦ ਜਨਰਲ ਦੀ ਹੁੰਦੀ ਆ ਤੇ ਉਹਦਾ ਹਾਫ ਜਿਹੜਾ SC ST ਦੀ ਹੁੰਦੀ ਆ, ਠੀਕ ਹੈ। ਤੇ ਉਹ ਬਾਕੀ ਜੋ ਤੁਸੀਂ ਅਪਲਾਈ ਕਰੋਗੇ ਤੁਹਾਨੂੰ ਪਤਾ ਲੱਗ ਹੀ ਜਾਣਾ। ਤੇ ਬਾਕੀ ਕੁਝ ਨਹੀਂ ਪਤਾ ਲੱਗ ਰਿਹਾ ਕਮੈਂਟ ਸੈਕਸ਼ਨ 'ਚ ਕਮੈਂਟ ਕਰੋ। ਤੇ ਬਾਕੀ ਦਾ ਅਪਡੇਟ ਸੀ ਸਾਡੇ ਨਾਲ ਬਣੇ ਰਹੋ, ਜੁੜੇ ਰਹੋ। ਨੋਟੀਫਿਕੇਸ਼ਨ ਤੁਹਾਨੂੰ ਟੈਲੀਗ੍ਰਾਮ ਤੇ ਮਿਲ ਜਾਣਗੇ। ਅਪਲਾਈ ਕਰਨ ਦਾ ਲਿੰਕ ਡਿਸਕ੍ਰਿਪਸ਼ਨ 'ਚ ਮਿਲ ਜਾਏਗਾ। ਧੰਨਵਾਦ ਦੋਸਤੋ, ਸਤਿ ਸ਼੍ਰੀ ਅਕਾਲ।